सतनाम श्री वाहिगुरु साहिब जीओ। गगन दमामा बाजियो हरिओ निशाने घाओ। खेत जो मांडियो सूरमा अब जूजन कहो दाओ। पंज प्याले पंज पीर छटम पीर बैठा गुर भारी। अर्जन काया पलट कै मूरत हर गोबिंद सवारी। चली पीड़ी सोडियां रूप दिखावण वारो वारी। दल भंजन गुर सूरमा वड जोधा बहु पर उपकारी। सो कहो टल गुर सेविया एहनस सहज सुभाई। दर्शन परसिय गुरु कै जन्म मरण दुख जाई। सतनाम श्री वाहिगुरु साहिब जीओ। माज महला पंजवा। दिन रैण एक ओंकार सतगुर प्रसाद। सर्ब कला प्रभ पूर्ण मांज निमाणी थाओ। हर ओट गही मन अंदर जप जप जीवा नाम। सर्व कला प्रभ पूर्ण मांज निमाणी थाओ। हर ओट गही मन अंदरे जप जप जीवा नाम। कर कृपा प्रभ अपनी जन धूड़ी संग समाओ। ज्यों तू राखे त्यों रहाम तेरा दिता पैना खाओ। उदम सोई कराए प्रभ मिल साधु गुण गाओ। दूजी जाए न सूझी किथे कूकण जाओ। अज्ञान विनाशन तम हरण ऊंचे अगम अमाओ। मन विछड़िया हर मेलिया नानक ए सुआओ। सर्ब कल्याणा तित दिन हर परसी गुर के पाओ। मन विछड़िया हर मिलिया नानक ए सुआओ। सर्ब कल्याणा तित दिन हर परसी गुर के पाओ। वाहिगुरु जी का खालसा वाहिगुरु जी की फतेह। गुरु प्यारी गुरु सवारी साध संगत जीओ। आप जी बहुत ही वड्डियां भागां वाले हो जो धन धन साहिब श्री गुरु नानक देव जी के दरबार दी हाज़रियां भरदे होए जुगो जुग अटल धन धन श्री गुरु ग्रंथ साहिब जी सन्मुख हो के अपने जीवन दियां अनमोल घड़ियां दा आनंद प्राप्त कर रहे सी। आप जी नूं बड़े प्यार ते सत्कार दे नाल भाई साहब भाई सतबीर सिंह जी हजूरी रागी गुरुद्वारा सीसगंज साहब आसा जी की वार दे कीर्तना जोड़ रहे सी। हुण समा है गुर शब्द के विचार का। गुर शब्द के विचार आप जी नूं भाई साहब भाई बलदेव सिंह जी हैड ग्रंथी साहबान गुरुद्वारा नानक प्यो साहब शरण कराउणगे। अज मेरी पीरी दे मालक साहिब श्री गुरु हरगोबिंद साहब जी का मेरी पीरी दिवस है और भाई मनी सिंह जी का शहीदी दिहाड़ा है। सारिया संगतां गुरु चरणों में नतमस्तक हो रही हैं। गुरु कृपा करे सारिया संगतां के सिर ते महाराज मेरा भरे हथ रखे। अगले समय वास्ते भाई साहब भाई बलदेव सिंह जी हैड ग्रंथी साहबान गुरुद्वारा नानक साहब
ਸਤਨਾਮ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਬੁਲਾਵੋ ਤਿਉ ਬੋਲੈ ਸੁਆਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤਿ ਪਿਆਰੀ। ਬੇਸ਼ੁਮਾਰ ਅਥਾ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਜਾਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਭਾਈ ਸਤਬੀਰ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਉਪਰੰਤ ਇਸ ਪਾਵਨ ਸਥਾਨ ਦੇ ਗ੍ਰੰਥੀ ਸਿੰਘ ਪਾਸੋਂ ਆਪ ਜੀ ਨੇ ਪਾਵਨ ਸ਼ਬਦ ਦਾ ਮੂਲ ਪਾਠ ਸਰਵਣ ਕੀਤਾ ਹੈ। ਪੰਜਵੇਂ ਪਾਤਸ਼ਾਹ ਜੀ ਵੱਲੋਂ ਮਾਝ ਰਾਗ ਦੇ ਵਿੱਚ ਉਚਾਰੀ ਹੋਈ ਪਾਵਨ ਬਾਣੀ ਦਿਨ ਰੈਣ ਦਾ ਇਹ ਚੌਥਾ ਬੰਦ ਹੈ। ਇਹ ਜੋ ਚੌਥਾ ਬੰਦ ਹੈ, ਇਹ ਅਖੀਰਲਾ ਬੰਦ ਹੈ। ਇਹਦੇ ਵਿੱਚ ਸਤਿਗੁਰੂ ਜੀ ਜੋ ਉਪਦੇਸ਼ ਦੇ ਰਹੇ ਨੇ, ਇਸ ਪਾਵਨ ਸ਼ਬਦ ਨਾਲ ਜੁੜ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦਿਆਂ ਵਿੱਚ ਵਸਾਈਏ। ਮਨ ਬਿਰਤੀਆਂ ਇਕਾਗਰ ਕਰੋ, ਧਿਆਨ ਗੁਰੂ ਚਰਨਾਂ ਵਿੱਚ ਜੋੜੋ। ਇੱਕ ਵਾਰ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਸਤਿਗੁਰੂ ਜੀ ਆਖਦੇ ਨੇ, ਸਰਬ ਕਲਾ ਪ੍ਰਭ ਪੂਰਨੋ, ਮਾਂਜਨ ਮਾਣੀ ਥਾਉ। ਹਰ ਓਟ ਗਹੀ ਮਨ ਅੰਤਰੈ, ਜਪ ਜਪ ਜੀਵਾਂ ਨਾਉ। ਕਲਾ ਤੋਂ ਭਾਵ ਹੈ ਸ਼ਕਤੀ, ਤੇ ਸਰਬ ਕਲਾ ਤੋਂ ਭਾਵ ਹੈ ਸਾਰੀਆਂ ਸ਼ਕਤੀਆਂ, ਤੇ ਪੂਰਨੋਂ ਤੋਂ ਭਾਵ ਹੈ ਪੂਰਨ, ਜਿਹਨੂੰ ਆਪਾਂ ਕਹਿੰਦੇ ਭਰਪੂਰ। ਰੱਬ ਦੀ ਗੱਲ ਕੀਤੀ ਹੈ ਕਿ ਹੇ ਪ੍ਰਭੂ, ਹੇ ਰੱਬ ਜੀ, ਤੂੰ ਸਾਰੀਆਂ ਸ਼ਕਤੀਆਂ ਦੇ ਨਾਲ ਭਰਪੂਰ ਹੈ। ਤੂੰ ਨਿਮਾਣੀ ਦਾ ਮੇਰਾ ਤੂੰ ਹੀ ਆਸਰਾ ਹੈ। ਮਾਂਜਨ ਮਾਣੀ ਥਾਉ, ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈ। ਮੇਰਾ ਨਿਮਾਣੀ ਦਾ ਤੂੰ ਆਸਰਾ ਹੈ। ਤੇ ਅੱਗੇ ਆਖਿਆ, ਹਰ ਓਟ ਗਹੀ ਮਨ ਅੰਤਰੈ, ਜਪ ਜਪ ਜੀਵਾਂ ਨਾਉ।
ਇੱਥੇ ਸਾਹਿਬ ਜੀ ਕਹਿੰਦੇ ਕਿ ਮੈਂ ਆਪਣੇ ਮਨ ਵਿੱਚ ਤੇਰੀ ਓਟ ਲੈ ਲਈ ਹੈ ਤੇ ਮੈਂ ਨਾਮ ਜਪ ਜਪ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ। ਪਰਮਾਤਮਾ ਜਿਹੜਾ ਹੈ ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਉਸ ਪਰਮਾਤਮਾ ਨੇ ਸੰਸਾਰ ਬਣਾਇਆ ਹੈ ਤੇ ਸੰਸਾਰ ਦੇ ਵਿੱਚ ਜੀਵ ਪੈਦਾ ਕੀਤੇ। ਹਰ ਇੱਕ ਦੇ ਅੰਦਰ ਸਤਾ ਪਾਈ ਹੈ ਪਰਮਾਤਮਾ ਨੇ। 42 ਲੱਖ ਪ੍ਰਕਾਰ ਦੀ ਜੂਨ ਉਹਨੇ ਪਾਣੀ ਦੇ ਵਿੱਚ ਰੱਖੀ ਹੈ ਤੇ 42 ਲੱਖ ਪ੍ਰਕਾਰ ਦੀ ਪਾਣੀ ਤੋਂ ਬਾਹਰ ਹੈ। ਜਦੋਂ ਬੰਦਾ ਖੋਜ ਕਰਦਾ ਹੈ ਫਿਰ ਹੈਰਾਨ ਰਹਿ ਜਾਂਦਾ ਹੈ ਵੀ ਇੱਦਾਂ ਦੀਆਂ ਵੀ ਜੂਨਾਂ ਹੈਗੀਆਂ। ਦੇਖਣ ਨੂੰ ਲੱਗਦਾ ਹੈ ਚੌਲਾਂ ਦਾ ਦਾਣਾ, ਪਰ ਹੈ ਉਹ ਕੀੜਾ ਹੈ। ਇਸ ਤਰ੍ਹਾਂ ਦੇ ਵੀ ਉਸ ਪਰਮਾਤਮਾ ਨੇ ਜੀਵ ਬਣਾਏ ਨੇ। ਦੇਖਣ ਨੂੰ ਲੱਗਦਾ ਹੈ ਕਿ ਕਿਸੇ ਰੁੱਖ ਦਾ ਪੱਤਾ ਹੈ, ਪਰ ਹੈ ਉਹ ਕੀੜਾ। ਕੌਣ ਬਣਾਉਂਦਾ ਹੈ? ਇਹ ਰੱਬ ਨੇ ਬਣਾਇਆ ਹੈ। ਜਿਸ ਤਰ੍ਹਾਂ ਆਪਾਂ ਘੁਮਿਆਰ ਨੂੰ ਵੇਖ ਲਈਏ, ਬੰਦੇ ਨੇ ਬਣਾਉਣਾ ਹੋਵੇ, ਘੁਮਿਆਰ ਮਿੱਟੀ ਤੋਂ ਬਣਾਉਂਦਾ ਹੈ ਤੇ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਗਿਣੀਆਂ ਜਾ ਸਕਦੀਆਂ, ਪਰ ਰੱਬ ਦੀਆਂ ਬਣਾਈਆਂ ਹੋਈਆਂ ਗਿਣੀਆਂ ਨਹੀਂ ਜਾ ਸਕਦੀਆਂ। ਜਿਹਨੇ ਬੰਦੇ ਵਿੱਚੋਂ ਬੰਦਾ ਪੈਦਾ ਕਰ ਦਿੱਤਾ, ਜਾਨਵਰ ਵਿੱਚੋਂ ਜਾਨਵਰ ਪੈਦਾ ਕਰ ਦਿੱਤਾ, ਕੀੜਿਆਂ ਵਿੱਚੋਂ ਕੀੜੇ ਪੈਦਾ ਕਰ ਦਿੱਤੇ ਉਸ ਪਰਮਾਤਮਾ ਨੇ। ਤੇ ਕੋਈ ਹੈ ਸੰਸਾਰ ਦੇ ਉੱਤੇ ਜਿਹੜਾ ਆਪਣੀ ਬਣਾਈ ਚੀਜ਼ ਦੇ ਵਿੱਚੋਂ ਦੂਸਰੀ ਚੀਜ਼ ਪੈਦਾ ਕਰ ਦੇ? ਨਹੀਂ ਹੈ। ਇਹ ਤਾਂ ਰੱਬ ਹੀ ਕਰ ਸਕਦਾ ਹੈ, ਕਿਉਂਕਿ ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਸਰਬ ਕਲਾ ਸਮਰੱਥ ਉਹਨੂੰ ਆਖਿਆ ਗਿਆ ਹੈ। ਜਿੱਥੇ ਉਹਦੀ ਸ਼ਕਤੀ ਵਰਤਦੀ ਹੈ, ਉੱਥੇ ਹੋਰ ਕਿਸੇ ਦੀ ਸ਼ਕਤੀ ਫਿਰ ਕੰਮ ਨਹੀਂ ਕਰਦੀ। ਜਦੋਂ ਉਹ ਸ਼ਕਤੀ ਵਰਤਾ ਦੇ, ਉਸ ਪਰਮਾਤਮਾ ਦਾ ਦਰਬਾਰ ਵੀ ਉੱਚਾ ਹੈ ਤੇ ਉਹ ਪਰਮਾਤਮਾ ਵੀ ਸਭ ਨਾਲੋਂ ਉੱਚਾ ਹੈ। ਇਸ ਵਾਸਤੇ ਆਖਿਆ, ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈ ਤੇ ਮੇਰਾ ਤੂੰ ਆਸਰਾ ਹੈ। ਅਸੀਂ ਸਾਰਿਆਂ ਨੇ ਗੁਰੂ ਦਾ ਆਸਰਾ ਲੈਣਾ ਹੈ, ਰੱਬ ਦਾ ਆਸਰਾ ਲੈਣਾ ਹੈ। ਜੇ ਨਹੀਂ ਲਵਾਂਗੇ ਤੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਵਾਂਗੇ। ਜੇ ਤਰਨਾ ਚਾਹੁੰਦੇ ਆ ਤੇ ਫਿਰ ਰੱਬ ਦਾ ਆਸਰਾ ਲਈਏ, ਫਿਰ ਗੁਰੂ ਦਾ ਆਸਰਾ ਲਈਏ। ਜਦੋਂ ਗੁਰੂ ਨਾਨਕ ਦੇਵ ਜੀ ਨੇ ਸਾਂਗ ਵਰਤਾਇਆ ਤੇ ਸਾਰਿਆਂ ਨੂੰ ਆਖਿਆ ਵਾਪਸ ਚਲੇ ਜਾਓ, ਸਾਰੇ ਚਲੇ ਗਏ, ਭਾਈ ਲਹਿਣਾ ਜੀ ਨਹੀਂ ਗਏ। ਸਤਿਗੁਰੂ ਕਹਿਣ ਲੱਗੇ, ਸਾਰੇ ਵਾਪਸ ਚਲੇ ਗਏ, ਭਾਈ ਲਹਿਣਿਆ ਤੂੰ ਕਿਉਂ ਨਹੀਂ ਗਿਆ? ਕਹਿਣ ਲੱਗੇ, ਜੀ ਉਹਨਾਂ ਦਾ ਕੋਈ ਨਾ ਕੋਈ ਥਾਂ ਹੋਏਗਾ, ਵਾਪਸ ਚਲੇ ਗਏ ਨੇ, ਪਰ ਮੇਰਾ ਤੇ ਗਰੀਬ ਦਾ ਹੋਰ ਕੋਈ ਥਾਂ ਹੀ ਨਹੀਂ ਤੇਰੇ ਤੋਂ ਬਿਨਾਂ। ਮੇਰਾ ਤੇ ਤੂੰ ਹੀ ਹੈ, ਇਸ ਵਾਸਤੇ ਮੈਂ ਕਿਤੇ ਨਾ ਗਿਆ ਤੇ ਨਾ ਹੀ ਜਾਣਾ ਹੈ। ਉਸ ਵੇਲੇ ਮਹਾਰਾਜ ਨੇ ਫਿਰ ਛਾਤੀ ਨਾ ਲਾਇਆ। ਜਦੋਂ ਬਚਨ ਕਹਿ ਕਿਸ ਹੀ ਕੋਈ ਕੋਏ, ਮਾਝ ਨ ਮਾਣੀ ਇੱਕ ਤੂੰ। ਮੇਰਾ ਤੇ ਕੇਵਲ ਇੱਕ ਤੂੰ ਹੀ ਆਸਰਾ ਹੈ। ਨੇ ਧਨਿਆ ਧਨ, ਨੇ ਗੁਰਿਆ ਗੁਰ, ਨੇ ਮਾਣਿਆ ਤੂੰ ਮਾਣ। ਤੂੰ ਨੇ ਧਨਿਆਂ ਦਾ ਧਨ ਹੈ, ਤੂੰ ਨਿਗੁਰਿਆਂ ਦਾ ਗੁਰ ਹੈ, ਤੂੰ ਨਿਮਾਣਿਆਂ ਦਾ ਮਾਣ ਹੈ। ਅੰਧਲੇ ਮਾਣਕ ਗੁਰ ਪਕੜਿਆ, ਨਿਤਾਣਿਆ ਤੂੰ ਤਾਣ। ਤੂੰ ਤੇ ਨਿਤਾਣਿਆਂ ਨੂੰ ਤਾਣ ਦੇਣ ਵਾਲਾ ਹੈ।
ਜਿਨ੍ਹਾਂ ਕੋਲ ਸ਼ਕਤੀ ਨਹੀਂ ਉਹਨਾਂ ਨੂੰ ਸ਼ਕਤੀ ਦੇਣ ਵਾਲਾ ਹੈ, ਸਰਬ ਕਲਾ ਸਮਰੱਥ ਹੈ। ਮੇਰਾ ਆਸਰਾ ਤੂੰ ਹੈ। ਜੇ ਜਿਹੜਾ ਰੱਬ ਦਾ ਆਸਰਾ ਲੈ ਲੈਣਾ ਉਹ ਫਿਰ ਤਰ ਜਾਂਦਾ ਹੈ, ਪਾਰ ਹੋ ਜਾਂਦਾ ਹੈ। ਕਿਉਂਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਕਹਿੰਦੇ ਤੂੰ ਮੇਰਾ ਸਮੇਰ ਪਰਬਤ ਜਿੱਡਾ ਆਸਰਾ ਹੈ। ਮੈਂ ਤੇਰੀ ਓਟ ਲੈ ਲਈ ਹੈ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਨਾ ਤੁਸੀਂ ਡੋਲਣਾ ਵਾ ਤੇ ਨਾ ਮੈਂ ਡਿੱਗਣਾ ਵਾ। ਇਸ ਵਾਸਤੇ ਭਾਈ ਉਸ ਵੱਡੇ ਪਰਮਾਤਮਾ ਦਾ ਆਸਰਾ ਲਓ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਜਦੋਂ ਰੱਬ ਦਿੰਦਾ ਨਾ ਫਿਰ ਹੀ ਬੰਦਾ ਰੱਜਦਾ ਹੈ। ਮਨੁੱਖ ਦੇ ਦਿੱਤਿਆਂ ਬੰਦਾ ਰੱਜਦਾ ਨਹੀਂ, ਜਦੋਂ ਰੱਬ ਦੇਵੇ ਫਿਰ ਬੰਦਾ ਰੱਜ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਮੈਂ ਆਪਣੇ ਮਨ ਵਿੱਚ ਤੇਰੀ ਓਟ ਲੈ ਲਈ ਹੈ, ਮੈਂ ਤੇਰਾ ਆਸਰਾ ਤੱਕ ਲਿਆ। ਤੇਰਾ ਨਾਮ ਜਪ ਜਪ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉਂ। ਜਦੋਂ ਮੈਂ ਨਾਮ ਜਪਦਾ ਤੇ ਫਿਰ ਹੀ ਮੈਨੂੰ ਲੱਗਦਾ ਮੈਂ ਜਿਉਂਦਾ ਵਾਂ, ਕਿਉਂਕਿ ਆਤਮਿਕ ਜੀਵਨ ਮਿਲਦਾ ਹੈ। ਤੇ ਜੇ ਭੁੱਲ ਜਾਵੇਂ, ਵਿਸਰ ਜਾਵੇ, ਤੇ ਫਿਰ ਇੱਦਾਂ ਲੱਗਦਾ ਜਿਵੇਂ ਮੌਤ ਹੋ ਗਈ ਹੈ। ਫਿਰ ਮੈਂ ਮਰਨ ਹਾਕਾ ਹੋ ਜਾਂਦਾ। ਜੇ ਤੂੰ ਮੈਨੂੰ ਭੁੱਲ ਜਾਵੇਂ ਨਾ ਫਿਰ ਮੈਂ ਮਰਨ ਹਾਕਾ ਹੋ ਜਾਂਦਾ ਹੈ। ਅਤੇ ਜੇ ਤੂੰ ਮੈਨੂੰ ਯਾਦ ਰਵੇਂ ਤਾਂ ਫਿਰ ਮੇਰਾ ਆਤਮਿਕ ਜੀਵਨ ਪਲਰਦਾ ਹੈ। ਫਿਰ ਮੈਂ ਆਨੰਦ ਵਿੱਚ ਐ, ਫਿਰ ਮੈਂ ਖੇੜੇ ਵਿੱਚ ਐ, ਮੈਂ ਖੁਸ਼ੀਆਂ ਵਿੱਚ ਐ। ਕਿਉਂਕਿ ਮੈਂ ਦੁਨਿਆਵੀ ਪਦਾਰਥਾਂ ਵਿੱਚੋਂ ਖੁਸ਼ੀਆਂ ਨਹੀਂ ਲੱਭਦਾ, ਮੈਂ ਪਰਿਵਾਰ ਵਿੱਚੋਂ ਸੁੱਖ ਨਹੀਂ ਲੱਭਦਾ, ਮੈਂ ਤੇਰੇ ਨਾਮ ਦੇ ਵਿੱਚੋਂ ਸੁੱਖ ਲੱਭਦਾ ਹਾਂ। ਇਸ ਵਾਸਤੇ ਮੈਂ ਤੇਰਾ ਨਾਮ ਜਪਦਾ ਹਾਂ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਫਿਰ ਅੱਗੇ ਆਖਿਆ ਕਰ ਕਿਰਪਾ ਪ੍ਰਭ ਆਪਣੀ, ਜਨ ਧੂੜੀ ਸੰਗ ਸਮਾਉ। ਆਖਿਆ ਮੇਰੇ ਉੱਤੇ ਕਿਰਪਾ ਕਰ ਦੇ, ਮੇਰੇ ਉੱਤੇ ਰਹਿਮਤ ਕਰ ਦੇ। ਮੈਂ ਤੇਰੀ ਚਰਨ ਧੂੜੀ ਵਿੱਚ ਸਮਾਇਆ ਰਵਾਂ। ਜਨ ਧੂੜੀ ਸੰਗ, ਤੇਰੇ ਜਿਹੜੇ ਨਾਮ ਜਪਣ ਵਾਲੇ ਜਨ ਹਨ, ਸੰਤ ਜਨ, ਉਹਨਾਂ ਦੀ ਚਰਨ ਧੂੜ ਵਿੱਚ ਮੈਂ ਸਮਾਇਆ ਰਵਾਂ। ਐਸੀ ਕਿਰਪਾ ਕਰ ਦੇ। ਗੁਰੂ ਸਾਹਿਬ ਨੇ ਆਪ ਕਿਹਾ ਜਨ ਨਾਨਕ ਧੂੜ ਮੰਗੈ, ਤਿਸ ਗੁਰ ਸਿੱਖ ਕੀ। ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਹੜਾ ਆਪ ਜਪਦਾ ਤੇ ਦੂਸਰਿਆਂ ਨੂੰ ਜਪਾਉਂਦਾ ਹੈ, ਮੈਂ ਉਹਦੀ ਚਰਨ ਧੂੜ ਲੋਚਦਾ ਹਾਂ। ਕਿੰਨਾ ਵੱਡਾ ਮਾਣ ਸਤਿਕਾਰ ਦਿੱਤਾ ਹੈ। ਮਾਣ ਸਤਿਕਾਰ ਉਸੇ ਨੂੰ ਮਿਲਦਾ ਹੈ ਜਿਹੜਾ ਮਾਣ ਸਤਿਕਾਰ ਦੇ ਹੱਕਦਾਰ ਹੋਵੇ। ਐਨੀ ਅੱਤ ਦੀ ਸਿਆਣਪ ਰੱਖਣ ਵਾਲੇ ਗੁਰੂ ਸਾਹਿਬ ਜੇ ਕਿਤੇ ਸਿੱਖ ਨੂੰ ਮਾਣ ਸਤਿਕਾਰ ਦੇ ਰਹੇ ਨੇ, ਇਹਦਾ ਭਾਵ ਹੈ ਕਿ ਸਿੱਖ ਮਾਣ ਸਤਿਕਾਰ ਦਾ ਹੱਕਦਾਰ ਹੈ, ਪਰ ਉਸ ਅਵਸਥਾ 'ਤੇ ਪਹੁੰਚ ਜਾਵੇ ਜਿਸ ਅਵਸਥਾ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ। ਸਵੇਰੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਬਾਣੀ ਪੜ੍ਹੇ, ਸਤ ਸੰਗਤ ਵਿੱਚ ਜਾਵੇ, ਗੁਰੂ ਦੇ ਉਪਦੇਸ਼ ਨੂੰ ਮੰਨੇ, ਬਹਿੰਦਿਆਂ ਉੱਠਦਿਆਂ ਪਰਮਾਤਮਾ ਦਾ ਨਾਮ ਸਿਮਰੇ। ਅਤੇ ਜਦੋਂ ਐਸਾ ਹੋਵੇਗਾ ਤੇ ਫਿਰ ਗੁਰੂ ਸਾਹਿਬ ਕਹਿੰਦੇ ਜਨ ਨਾਨਕ ਧੂੜ ਮੰਗੈ, ਤਿਸ ਗੁਰ ਸਿੱਖ ਕੀ। ਜੋ ਆਪ ਜਪੈ ਅਵਰੈ ਨਾਮ ਜਪਾਵੇ। ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮੇਰੀ ਪੇਰੀ ਦਿਵਸ ਹੈ। ਭਾਵ
ਜਿਸ ਦਿਨ ਗੁਰੂ ਸਾਹਿਬ ਜੀ ਨੇ 2 ਸ਼੍ਰੀ ਸਾਹਿਬ ਧਾਰਨ ਕੀਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਉਸ ਦਿਨ ਨੂੰ ਮੀਰੀ ਪੀਰੀ ਦਿਵਸ ਨਾਮ ਦਿੱਤਾ ਗਿਆ ਹੈ। ਆਪਾਂ ਕਈ ਵਾਰੀ ਇਤਿਹਾਸ ਸਾਂਝਾ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹਾਦਤ ਦਾ ਜਾਮ ਪੀ ਗਏ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜੇ ਨੇ। ਔਰ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ 'ਤੇ ਵੀ ਤੇ ਨੈੱਟ ਦੇ ਉੱਤੇ ਵੀ ਲਿਖਿਆ ਹੋਇਆ ਹੈ, ਅਕਾਲ ਤਖਤ ਦੀ ਜਿਹੜੀ ਰਚਨਾ ਹੈ ਉਹ 1606 ਦੇ ਵਿੱਚ। ਸ਼ੁਰੂ ਤੋਂ ਅਸੀਂ ਇਹੀ ਪੜ੍ਹਿਆ ਹੈ ਕਿ 1609 ਦੇ ਵਿੱਚ ਅਕਾਲ ਤਖਤ ਦੀ ਰਚਨਾ ਹੋਈ ਹੈ। 1606 ਦੇ ਵਿੱਚ ਉਹਨਾਂ ਕੁ ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਜੀ ਗੁਰਤਾ ਗੱਦੀ 'ਤੇ ਬੈਠੇ ਨੇ, ਅਤੇ ਉਹਨਾਂ ਕੁ ਦਿਨਾਂ ਦੇ ਵਿੱਚ ਹੀ ਅਕਾਲ ਤਖਤ ਦੀ ਰਚਨਾ ਕੀਤੀ ਹੈ। ਅਤੇ ਗੁਰਤਾ ਗੱਦੀ 'ਤੇ ਬਹਿੰਦਿਆਂ ਥੋੜ੍ਹੇ ਦਿਨਾਂ ਦੇ ਵਿੱਚ ਹੀ, ਥੋੜ੍ਹਾ ਜਿਹਾ 1-2 ਦਿਨ ਬਾਅਦ ਹੀ ਥੋੜ੍ਹਾ ਸ਼ੁਰੂ ਕਰ ਦਿੱਤੀ ਸੀ। ਇਸ ਵਾਸਤੇ ਸਾਡਾ ਜਿਹੜਾ ਕਈ ਪੱਖੋਂ ਇਤਿਹਾਸ ਹੈ ਉਹ ਗਲਤ ਬਿਆਨਿਆ ਜਾ ਰਿਹਾ ਹੈ। ਔਰ ਪੰਥ ਦੇ ਜਿਹੜੇ ਆਗੂ ਨੇ ਉਹ ਵੀ ਧਿਆਨ ਨਹੀਂ ਦੇ ਰਹੇ। 1606 ਦੇ ਵਿੱਚ ਗੁਰੂ ਸਾਹਿਬ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਫਿਰ ਉਸ ਤੋਂ ਬਾਅਦ 1609 ਦੇ ਵਿੱਚ ਉਹਨਾਂ ਨੇ ਅਕਾਲ ਤਖਤ ਦੀ ਰਚਨਾ ਕੀਤੀ ਹੈ, ਜਿਹਦੇ ਬਾਰੇ ਗੁਰੂ ਘਰ ਦੇ ਢਾਡੀ ਸਿੰਘਾਂ ਨੇ ਆਖਿਆ, ਸੱਚਾ ਤਖਤ ਸੁਹਾਇਓ ਸ੍ਰੀ ਗੁਰ ਪਾਏ ਕੈ, ਸ਼ਬ ਬਰਨੀ ਨ ਜਾਏ ਕਹੂੰ ਕਿਆ ਗਾਏ ਕੈ, ਰਵ ਸਸ ਭੈ ਮਲੀਨ ਸੋ ਦਰਸ਼ ਦਿਖਾਏ ਕੈ, ਸ਼੍ਰੀ ਗੁਰ ਤਖਤ ਬਿਰਾਜੇ ਪ੍ਰਭੂ ਧਿਆਏ ਕੈ, ਮੀਰ ਅਬਦੁੱਲਾ ਔ ਨਥਾ ਮਲ ਜਸ ਕਹੇ ਬਨਾਏ ਕੈ। ਉਹਨਾਂ ਨੇ ਇਹ ਜਸ ਬਿਆਨਿਆ ਕਿ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਇਸ ਤਖਤ 'ਤੇ ਬਿਰਾਜੇ ਨੇ ਔਰ ਪਰਮਾਤਮਾ ਨੂੰ ਤੇ ਗੁਰੂ ਸਾਹਿਬ ਜੀ ਨੂੰ ਧਿਆਏ ਕੈ। ਪਹਿਲੇ ਗੁਰੂ ਸਾਹਿਬਾਨਾਂ ਨੂੰ ਯਾਦ ਕੀਤਾ, ਪਰਮਾਤਮਾ ਨੂੰ ਯਾਦ ਕੀਤਾ, ਫਿਰ ਤਖਤ ਦੇ ਉੱਤੇ ਬਿਰਾਜੇ। ਪੀਲੇ ਰੰਗ ਦੇ ਬਸਤਰ ਪਾਏ ਹੋਏ ਸਨ ਉਸ ਦਿਨ, ਕਮਰ 'ਤੇ ਢਾਲ ਹੈ, ਮੋਢੇ 'ਤੇ ਧਨੁਸ਼ ਹੈ, ਕਮਾਨ, ਇੱਕ ਹੱਥ ਵਿੱਚ ਤੀਰ ਪਕੜਿਆ ਹੋਇਆ ਹੈ, ਵੀਰ ਆਸਨ ਵਿੱਚ ਬੈਠੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਆਨੋ ਸ਼ਾਸਤਰ ਜੋ ਹਮ ਬਨਵਾਏ, ਜਿਨ ਕੇ ਹੱਟ ਕਦਕ ਲਗਾਏ। ਉਹ ਸ਼ਾਸਤਰ ਲੈ ਕੇ ਆਓ ਜਿਹੜੇ ਅਸੀਂ ਉਚੇਚੇ ਤੌਰ 'ਤੇ ਬਣਵਾਏ, ਸਾਈ ਦੇ ਕੇ ਬਣਵਾਏ, ਇੱਕ ਮੀਰੀ ਦੀ ਇੱਕ ਪੀਰੀ ਦੀ। ਪੀਰੀ ਦੀ ਥੋੜ੍ਹੀ ਜਿਹੀ ਲੰਬੀ ਹੈ ਅਤੇ ਮੀਰੀ ਦੀ ਥੋੜ੍ਹੀ ਜਿਹੀ ਛੋਟੀ ਹੈ। ਪੀਰੀ ਤੋਂ ਭਾਵ ਹੈ ਭਗਤੀ ਅਤੇ ਮੀਰੀ ਤੋਂ ਭਾਵ ਹੈ ਸ਼ਕਤੀ। ਪੀਰੀ ਦਾ ਅਰਥ ਅਸੀਂ ਧਰਮ ਵੀ ਲੈ ਸਕਦੇ ਹਾਂ ਅਤੇ ਮੀਰੀ ਦਾ ਜਿਹੜਾ ਅਰਥ ਹੈ ਉਹ ਰਾਜਨੀਤੀ ਵੀ ਲੈ ਸਕਦੇ ਹਾਂ। ਗੁਰੂ ਘਰ ਦੇ ਵਿੱਚ ਮੈਂ ਬੇਨਤੀ ਕਰਾਂ ਸਾਹਮਣੇ ਬੈਠੇ ਹੋਏ ਵੀਰਾਂ ਨੂੰ ਕਿ ਜੇ ਗੱਲਾਂ ਕਰਨੀਆਂ ਆਪ ਜੀ ਨੇ, ਉਹ ਉਸ ਗੁੱਠ 'ਤੇ ਚਲੇ ਜਾਓ, ਉੱਧਰ ਸਰੋਤਿਆਂ ਨੂੰ ਸੁਣ ਦਿਓ। ਜਿਹੜੀ ਰਾਜਨੀਤੀ ਹੈ ਉਹ ਧਰਮ ਦੇ ਅਧੀਨ ਹੋਣੀ ਚਾਹੀਦੀ। ਇਸ ਵਾਸਤੇ ਗੁਰੂ ਸਾਹਿਬ ਜੀ ਨੇ ਜਿਹੜੀ ਪੀਰੀ ਦੀ ਸ਼੍ਰੀ ਸਾਹਿਬ ਹੈ ਉਹ ਥੋੜ੍ਹੀ ਲੰਬੀ ਅਤੇ ਮੀਰੀ ਦੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਛੋਟੀ। ਤੁਸੀਂ ਹਰਿਮੰਦਰ ਸਾਹਿਬ ਜਾਓ ਦਰਸ਼ਨ ਕਰਨ ਅਤੇ ਫਿਰ ਅਕਾਲ ਤਖਤ ਸਾਹਿਬ ਦਰਸ਼ਨ ਕਰਦੇ ਹੋ
ਤੇ ਜਦੋਂ ਅਕਾਲ ਤਖਤ ਸਾਹਿਬ ਦਰਸ਼ਨ ਕਰਕੇ ਫਿਰ ਥੱਲੇ ਉਤਰ ਕੇ ਆਉਂਦੇ ਹੋ ਤੇ ਦੋ ਨਿਸ਼ਾਨ ਸਾਹਿਬ, ਉਹ ਵੀ ਇੱਕ ਉੱਚਾ ਹੈ ਤੇ ਇੱਕ ਨੀਵਾਂ ਹੈ। ਇੱਕ ਪੀਰੀ ਦਾ ਤੇ ਇੱਕ ਮੀਰੀ ਦਾ। ਰਾਜਨੀਤੀ ਦਾ ਨੀਵਾਂ ਤੇ ਧਰਮ ਦਾ ਉੱਚਾ, ਭਾਵ ਰਾਜਨੀਤੀ ਧਰਮ ਦੇ ਅਧੀਨ। ਜਦੋਂ ਰਾਜਨੀਤੀ ਧਰਮ ਤੋਂ ਬਾਹਰ ਹੋ ਜਾਂਦੀ ਹੈ ਤੇ ਉਹ ਕਈਆਂ ਨੂੰ ਦੁੱਖ ਦੇ ਸਕਦੀ ਹੈ, ਕਈਆਂ ਦਾ ਨੁਕਸਾਨ ਕਰ ਸਕਦੀ ਹੈ। ਜਦੋਂ ਰਾਜਨੀਤੀ ਧਰਮ ਦੇ ਅਧੀਨ ਹੋ ਕੇ ਚੱਲਦੀ ਹੈ, ਉਹ ਦੂਜਿਆਂ ਦੇ ਕਾਰਜ ਸਵਾਰਦੀ ਹੈ। ਇਸ ਵਾਸਤੇ ਧਰਮ ਪਹਿਲਾਂ ਤੇ ਰਾਜਨੀਤੀ ਬਾਅਦ ਵਿੱਚ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਕਿਸੇ ਦੇ ਘਰ ਵਿੱਚ ਮੌਤ ਹੋਈ ਹੁੰਦੀ ਹੈ, ਕਿਸੇ ਦੇ ਪਰਿਵਾਰ ਵਿੱਚ ਮੌਤ ਹੋ ਜਾਂਦੀ ਹੈ ਤੇ ਉਹ ਫਿਰ ਗੁਰੂ ਦਾ ਆਸਰਾ ਤੱਕ ਕੇ ਗੁਰੂ ਦੇ ਦਰ ਦੇ ਉੱਤੇ ਕੀਰਤਨ ਕਰਵਾਉਂਦਾ ਹੈ। ਅਰਦਾਸ ਹੁੰਦੀ, ਕੀਰਤਨ ਤੋਂ ਬਾਅਦ ਹੁਕਮਨਾਮਾ ਹੁੰਦਾ ਹੈ, ਜਿਹਨੂੰ ਆਪਾਂ ਕਹਿੰਦੇ ਅੰਤਮ ਅਰਦਾਸ। ਉੱਥੇ ਵੀ ਕਈ ਰਾਜਨੀਤੀਕਰਨ ਆ ਜਾਂਦੇ ਨੇ ਕਿ ਇਹ ਦੂਜੇ ਨੂੰ ਨਹੀਂ ਬੋਲਣ ਦੇਣਾ, ਉਹ ਕਹਿੰਦਾ ਦੂਜੇ ਨੂੰ ਨਹੀਂ ਬੋਲਣ ਦੇਣਾ। ਬੜਾ ਦੁੱਖ ਹੁੰਦਾ ਹੈ ਵੀ ਅਗਲੇ ਦੇ ਪਰਿਵਾਰ ਦੇ ਵਿੱਚੋਂ ਪਰਿਵਾਰਕ ਮੈਂਬਰ ਚਲੇ ਗਏ। ਇਹ ਸਮਾਂ ਤੇ ਛੱਡ ਦੇਣਾ ਸੀ ਰਾਜਨੀਤੀ ਕਰਨ ਤੋਂ। ਇੱਥੇ ਤੇ ਇਸ ਲਹਿਜੇ ਨਾਲ ਆਉਣਾ ਸੀ ਵੀ ਮਿਲ ਕੇ ਸੰਗਤੀ ਰੂਪ ਵਿੱਚ ਅਰਦਾਸ ਕਰਨੀ ਹੈ, ਪਰ ਉੱਥੇ ਵੀ ਅਸੀਂ ਆਪਣੇ ਅਹੰਕਾਰ ਨੂੰ ਹੀ ਅੱਗੇ ਰੱਖਿਆ ਹੁੰਦਾ। ਗੁਰੂ ਦੇ ਦਰ 'ਤੇ ਆ ਜਾਓ ਤੇ ਫਿਰ ਧਰਮ ਦੀ ਗੱਲ ਹੋਵੇ ਤੇ ਤੁਹਾਡੀ ਅਬਦੁਲ ਤੇ ਨਥਾ ਮੱਲ ਇਹਨਾਂ ਨੇ ਫਿਰ ਵਾਰ ਗਾਈ ਜਦੋਂ ਮੇਰੀ ਪੀਰੀ ਦੀਆਂ ਸ਼੍ਰੀ ਸਾਹਿਬ ਪਾਈਆਂ ਗੁਰੂ ਸਾਹਿਬ ਜੀ ਨੇ। ਉਹ ਕਹਿਣ ਲੱਗੇ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਇਸ ਤਰ੍ਹਾਂ ਉਹਨਾਂ ਨੇ ਵਾਰ ਗਾਈ ਕਿ ਦੋ ਤਲਵਾਰਾਂ ਗੁਰੂ ਸਾਹਿਬ ਜੀ ਨੇ ਧਾਰਨ ਕੀਤੀਆਂ ਨੇ, ਇੱਕ ਮੀਰੀ ਦੀ ਹੈ ਤੇ ਇੱਕ ਪੀਰੀ ਦੀ ਹੈ। ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। ਢਾਡੀਆਂ ਨੇ ਜੋਸ਼ ਦੇ ਵਿੱਚ ਵਾਰ ਗਾਈ ਤੇ ਵਾਰ ਗਾਉਂਦੇ ਗਾਉਂਦੇ ਕਹਿੰਦੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆ ਤੁਹਾਡੀ ਦਸਤਾਰ ਦੇ ਸਾਹਮਣੇ ਤੇ ਸਮੇਂ ਦੇ ਬਾਦਸ਼ਾਹ ਦੀ ਦਸਤਾਰ ਵੀ ਫਿੱਕੀ ਹੈ। ਜੋ ਸ਼ੋਭਾ ਤੁਹਾਡੀ ਦਸਤਾਰ ਦੀ ਹੈ, ਉਹ ਸ਼ੋਭਾ ਸਮੇਂ ਦੇ ਬਾਦਸ਼ਾਹ ਦੀ ਦਸਤਾਰ ਦੀ ਨਹੀਂ ਹੈ। ਤੁਹਾਡੀ ਦਸਤਾਰ ਦੇ ਸਾਹਮਣੇ ਉਹ ਤਾਂ ਕੁਝ ਵੀ ਨਹੀਂ ਹੈ। ਗੁਰੂ ਸਾਹਿਬ ਨੇ ਇਹਨਾਂ ਢਾਡੀਆਂ ਦੀਆਂ ਢੱਡਾਂ ਸੋਨੇ 'ਚ ਮੜਾ ਦਿੱਤੀਆਂ, ਹਾਥੀ ਦਿੱਤਾ ਕਿ ਇਹਦੇ 'ਤੇ ਸਵਾਰ ਹੋ ਕੇ ਆਇਆ ਕਰੋ। ਐਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 4 ਜੰਗਾਂ ਲੜੀਆਂ, ਜਿੱਤ ਪ੍ਰਾਪਤ ਕੀਤੀ ਔਰ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ। ਐਸੇ ਗੁਰੂ ਸਾਹਿਬ ਜੀ। ਔਰ ਅਰਦਾਸ ਸੁਣਨ ਦੇ ਵਿੱਚ ਇੰਨੇ ਆਪਣੇ ਸੇਵਕ ਨਾਲ ਪਿਆਰ ਕਰਨ ਵਾਲੇ ਭਾਈ ਰੂਪੇ ਨੇ ਅਰਦਾਸ ਕੀਤੀ ਖੇਤਾਂ ਦੇ ਵਿੱਚ। ਕਹਿੰਦੇ, ਗੁਰੂ ਸਾਹਿਬ ਜੀ ਪਹਿਲਾਂ ਜਲ ਤੁਸੀਂ ਛਕੋਗੇ ਤੇ ਫਿਰ ਮੈਂ ਛਕਾਂਗਾ। ਉਹਦੇ ਪ੍ਰਾਣ ਹੀ ਨਿਕਲਣ ਵਾਲੇ ਸਨ ਪਾਣੀ ਤੋਂ ਬਿਨਾਂ, ਪਰ ਉਹਨੇ ਪ੍ਰਣ ਕਰ ਲਿਆ ਸੀ, ਗੁਰੂ ਸਾਹਿਬ ਛਕਣਗੇ ਫਿਰ ਮੈਂ ਛਕਾਂਗਾ।
ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਘੋੜੇ ਨੂੰ ਦੜਾਉਂਦੇ ਹੋਏ ਪਹੁੰਚ ਗਏ ਭਾਈ ਰੂਪੇ ਦੇ ਕੋਲ, ਤੇ ਪਾਣੀ ਜਿਹੜਾ ਰੁੱਖ ਦੇ ਨਾਲ ਬੱਧਾ ਹੋਇਆ ਸੀ, ਹਵਾ ਵੱਜ ਵੱਜ ਕੇ ਠੰਡਾ ਹੋ ਗਿਆ ਸੀ। ਤੇ ਜਦੋਂ ਗੁਰੂ ਸਾਹਿਬ ਮੂੰਹ ਵਿੱਚ ਪਾਉਣ ਲੱਗੇ ਜਲ, ਕਹਿੰਦਾ ਸਤਿਗੁਰੂ, ਜੇ ਮੈਂ ਹੀ ਛਕਣਾ ਹੁੰਦਾ ਤੇ ਬੜੇ ਚਿਰ ਦਾ ਛਕ ਲੈਂਦਾ, ਪਹਿਲਾਂ ਤੁਸੀਂ ਛਕੋ। ਗੁਰੂ ਸਾਹਿਬ ਨੇ ਆਪ ਜਲ ਛਕਿਆ ਤੇ ਭਾਈ ਰੂਪੇ ਨੂੰ ਛਕਾਇਆ। ਉਧਰ ਕਸ਼ਮੀਰ ਦੀ ਧਰਤੀ ਤੇ ਮਾਤਾ ਭਾਗ ਭਰੀ ਅਰਦਾਸ ਕਰਦੀ ਹੈ ਤੇ ਗੁਰੂ ਸਾਹਿਬ ਜੀ ਉੱਥੇ ਪਹੁੰਚ ਜਾਂਦੇ ਨੇ। ਵੇਖਦੇ ਮਾਂ ਦੀਆਂ ਅੱਖਾਂ ਵਿੱਚ ਜੋਤ ਨਹੀਂ ਹੈ, ਵਿਹੜੇ ਵਿੱਚ ਬਰਛਾ ਮਾਰਦੇ ਨੇ ਤੇ ਉੱਥੇ ਫੁਹਾਰਾ ਫੁੱਟਦਾ ਪਾਣੀ ਦਾ। ਭਾਈ ਲੱਖਾ ਸਿੰਘ ਜੀ ਨੇ ਤੇ ਦਰਸ਼ਨ ਕੀਤੇ ਹੋਣੇ ਨੇ, ਇੱਥੋਂ ਸੰਗਤਾਂ ਜਾਂਦੀਆਂ ਰਹਿੰਦੀਆਂ ਨੇ। ਉੱਥੇ ਅੱਜ ਵੀ ਗੁਰਦੁਆਰਾ ਸਭਾਏਮਾਨ ਹੈ। ਸਤਿਗੁਰੂ ਕਹਿੰਦੇ ਮਾਂ ਜਲ ਦੇ ਨਾਲ ਨੇਤਰ ਧੋ ਲੈ, ਜੋਤ ਆ ਜਾਏਗੀ ਤੇ ਦਰਸ਼ਨ ਕਰ ਲਈ। ਜਦੋਂ ਨੇਤਰ ਧੋਤੇ ਤੇ ਜੋਤ ਆ ਗਈ ਤੇ ਰੱਜ ਰੱਜ ਕੇ ਦਰਸ਼ਨ ਕੀਤੇ। ਐਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਸ਼ਾਇਦ ਭੇਟਾ ਕਰਨ ਵਾਸਤੇ ਸੰਗਤ ਲੈ ਕੇ ਜਾ ਰਹੀ ਹੈ ਤੇ ਰਸਤੇ ਵਿੱਚ ਭਾਈ ਕੱਟੂ ਨੇ ਮੰਗ ਲਿਆ ਥੋੜਾ ਜਿਹਾ ਸ਼ਹਿਦ। ਕਹਿੰਦਾ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦਿਓ, ਮੈਨੂੰ ਖਾਂਸੀ ਬੜੀ ਆ ਰਹੀ ਹੈ, ਥੋੜੀ ਰੁਕਾਵਟ ਪੈ ਜਾਏਗੀ, ਠੀਕ ਹੋ ਜਾਗਾ। ਉਹ ਕਹਿਣ ਲੱਗੇ ਪਹਿਲਾਂ ਗੁਰੂ ਸਾਹਿਬ ਜੀ ਨੂੰ ਅਸੀਂ ਇਹ ਸ਼ਹਿਦ ਅਰਪਣ ਕਰਨਾ ਵਾ, ਉਹਨਾਂ ਚਿਰ ਅਸੀਂ ਕਿਸੇ ਨੂੰ ਦੇ ਨਹੀਂ ਸਕਦੇ। ਜਦੋਂ ਗੁਰੂ ਸਾਹਿਬ ਜੀ ਦੇ ਸਨਮੁਖ ਗਏ, ਬੇਨਤੀ ਕੀਤੀ ਤੇ ਸਤਿਗੁਰੂ ਕਹਿਣ ਲੱਗੇ ਵੀ ਸਾਨੂੰ ਨਹੀਂ ਚਾਹੀਦਾ। ਕਹਿਣ ਲੱਗੇ ਜਦੋਂ ਰਸਤੇ ਵਿੱਚ ਮੰਗਿਆ ਨਾ ਸੇਵਕ ਦੇ ਰੂਪ ਵਿੱਚ, ਉਦੋਂ ਤੁਸੀਂ ਦਿੱਤਾ ਨਹੀਂ ਹੈ। ਤੇ ਜਦੋਂ ਸ਼ਹਿਦ ਖੋਲ੍ਹਿਆ ਤੇ ਕਹਿੰਦੇ ਸ਼ਹਿਦ ਦੇ ਵਿੱਚ ਐਸਾ ਕੁਝ ਸੀ ਕਿ ਸ਼ਾਇਦ ਖਾਣ ਯੋਗ ਨਹੀਂ ਸੀ। ਦੇਖੋ ਇਹਨਾਂ ਸਿੱਖ ਨੂੰ ਪਿਆਰ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਮੇਰੇ ਸਿੱਖ ਨੂੰ ਨਹੀਂ ਦਿੱਤਾ ਤੇ ਮੈਂ ਵੀ ਪ੍ਰਵਾਨ ਨਹੀਂ ਕਰਨਾ। ਔਰ ਭਾਈ ਗੁਰਦਾਸ ਜੀ ਨੇ ਆਖਿਆ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਦਾ ਅੱਜ ਮੀਰੀ ਪੀਰੀ ਦਿਵਸ ਹੈ, ਭਾਵ ਅੱਜ ਦੇ ਦਿਨ ਉਹਨਾਂ ਨੇ ਦੋ ਸ਼੍ਰੀ ਸਾਹਿਬ ਧਾਰਨ ਕੀਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਗੁਰੂ ਅਰਜਨ ਦੇਵ ਮਹਾਰਾਜ ਕਹਿ ਗਏ ਸਨ ਵੀ ਅਸੀਂ ਭਗਤੀ ਭਾਵ ਦੇ ਨਾਲ, ਸ਼ਾਂਤੀ ਦੇ ਨਾਲ ਜ਼ੁਲਮ ਦਾ ਟਾਕਰਾ ਕਰਨ ਚੱਲੇ ਹਾਂ, ਤੇ ਜੇ ਜ਼ਾਲਮ ਬਾਜ ਨਾ ਆਇਆ ਤੇ ਫਿਰ ਤੁਸੀਂ ਸ਼ਸਤਰ ਧਾਰਨ ਕਰਨੇ ਨੇ, ਤੁਸੀਂ ਭਗਤੀ ਦੇ ਨਾਲ ਸ਼ਕਤੀ ਨੂੰ ਨਾਲ ਰੱਖਣਾ ਹੈ, ਫਿਰ ਜ਼ਾਲਮ ਦਾ ਮੂੰਹ ਸ਼ਕਤੀ ਦੇ ਨਾਲ ਭੰਨਣਾ ਹੈ। ਤੇ ਗੁਰੂ ਸਾਹਿਬ ਜੀ ਨੇ 4 ਜੰਗਾਂ ਵਿੱਚ ਜ਼ਾਲਮ ਦਾ ਮੂੰਹ ਭੰਨਿਆ। ਔਰ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਬਚਨ ਕਹੇ ਸਨ ਮਾਤਾ ਗੰਗਾ ਜੀ ਨੂੰ, ਤੁਹਾਡੀ ਕੁੱਖ ਤੋਂ ਸਾਹਿਬਜ਼ਾਦਾ ਪ੍ਰਕਾਸ਼ਮਾਨ ਹੋਵੇਗਾ, ਉਹ ਜ਼ਾਲਮਾਂ ਦੇ ਸਿਰ ਇੱਦਾਂ ਭੰਨੇਗਾ ਜਿੱਦਾਂ ਅਸੀਂ ਗੰਢਾ ਭੰਨਿਆ, ਜਿਸ ਤਰ੍ਹਾਂ ਅਸੀਂ ਪਿਆਜ਼ ਨੂੰ ਤੋੜਿਆ। ਤੇ ਵਾਕਈ ਗੁਰੂ ਸਾਹਿਬ ਦੇ ਉਹਦੇ ਸਿੱਖਾਂ ਨੇ ਜ਼ਾਲਮਾਂ ਦੇ ਸਿਰ ਇੱਦਾਂ ਹੀ ਭੰਨੇ, ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਸਨ। ਨਾਮ ਵੀ ਗੁਰੂ ਸਾਹਿਬ ਜੀ ਦਾ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਿਆ ਸੀ। ਔਰ ਦੂਜੀ ਜੰਗ ਜਿੱਤੀ, ਰੋਹੇਲੇ ਪਿੰਡ ਦੇ ਨਾਲ ਹੋਰ ਘਰ ਬਣਵਾਏ ਤੇ ਉਸ ਨਗਰ ਦਾ ਨਾਮ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਿਆ, ਹਰਗੋਬਿੰਦਪੁਰ। ਗੁਰਦੁਆਰਾ ਬੜਾ ਸੋਹਣਾ ਬਣਿਆ ਹੋਇਆ ਹੈ ਔਰ ਸਪੈਸ਼ਲ ਵੱਡਾ ਰੋਡ ਜਾ ਰਿਹਾ ਉੱਥੇ। ਗੁਰੂ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਦੀ ਆਪ ਸਮੂਹ ਸੰਗਤਾਂ ਨੂੰ ਬੇਅੰਤ ਵਧਾਈ।
ਗੁਰੂ ਦੇ ਸਿੱਖ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹੈ। ਗੁਰੂ ਸਾਹਿਬ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਬਚਨ ਕਿਹਾ, ਇਹਦੇ ਵਿੱਚ ਦਿਨ ਰੈਣ ਦੇ ਚੌਥੇ ਬੰਦ ਦੇ ਵਿੱਚ ਕਹਿਣ ਲੱਗੇ, ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਉ। ਕਹਿੰਦੇ ਕਿਰਪਾ ਕਰ ਹੇ ਪ੍ਰਭੂ ਜੀ, ਹੇ ਰੱਬ ਜੀ, ਮੈਂ ਤੇਰੇ ਸੇਵਕਾਂ ਦੀ, ਸੰਤ ਜਨਾਂ ਦੀ ਚਰਨ ਧੂੜੀ ਵਿੱਚ ਸਮਾਇਆ ਰਵਾਂ। ਹੁਣ ਚਰਨ ਧੂੜੀ ਵਿੱਚ ਸਮਾਉਣ ਤੋਂ ਭਾਵ ਹੁੰਦਾ ਹੈ ਕਿ ਉਹਨਾਂ ਦੀ ਸੰਗਤ ਕਰਕੇ ਮੈਂ ਰੱਬ ਦਾ ਨਾਮ ਲਵਾਂ। ਇੱਕ ਥਾਂ ਕਿਹਾ ਵੀ ਧੂੜੀ ਕਰ ਇਸ਼ਨਾਨ, ਹੁਣ ਧੂੜ ਦੇ ਨਾਲ ਇਸ਼ਨਾਨ ਥੋੜ੍ਹੀ ਹੁੰਦਾ ਹੈ। ਉਹਦਾ ਭਾਵ ਇਹੀ ਹੈ ਕਿ ਉਹਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ, ਉਹਨਾਂ ਦੀ ਸੰਗਤ ਕਰਕੇ ਰੱਬ ਨੂੰ ਯਾਦ ਕਰਨਾ। ਤੇ ਜਦੋਂ ਅਸੀਂ ਸੰਤ ਜਨਾਂ ਦੀ ਸੰਗਤ ਕਰਕੇ ਰੱਬ ਨੂੰ ਯਾਦ ਕਰਾਂਗੇ, ਪਰਮਾਤਮਾ ਦਾ ਨਾਮ ਲਵਾਂਗੇ, ਤੇ ਫਿਰ ਸਾਡਾ ਅੰਤਰ ਆਤਮੇ ਇਸ਼ਨਾਨ ਹੋਏਗਾ। ਇੱਕ ਇਸ਼ਨਾਨ ਹੁੰਦਾ ਹੈ ਪਾਣੀ ਦੇ ਨਾਲ, ਤੇ ਦੂਜਾ ਇਸ਼ਨਾਨ ਹੁੰਦਾ ਹੈ ਬਾਣੀ ਦੇ ਨਾਲ। ਪਾਣੀ ਸਾਨੂੰ ਬਾਹਰੋਂ ਧੋਂਦਾ ਹੈ, ਬਾਹਰ ਦੀ ਮੈਲ ਦੂਰ ਕਰ ਸਕਦਾ ਹੈ, ਪਰ ਬਾਣੀ ਸਾਨੂੰ ਅੰਦਰੋਂ ਵਾਸ਼ ਕਰ ਦਿੰਦੀ। ਹਰ ਪ੍ਰਕਾਰ ਦੀ ਮੈਲ ਜਿਹੜੀ ਹੈ ਉਹ ਕੱਢ ਦਿੰਦੀ ਹੈ। ਭਾਈ ਮਨੀ ਸਿੰਘ ਦਾ ਜਿਹੜਾ ਨਾਂ ਸੀ ਉਹ ਸੀ ਮਨੀ ਰਾਮ। ਆਪ ਜੀ 7ਵੇਂ ਪਾਤਸ਼ਾਹ ਦੇ ਸਮੇਂ ਗੁਰੂ ਦਰਬਾਰ ਵਿੱਚ ਆਏ ਸਨ। ਕੁਝ ਕੁ ਸਮਾਂ ਰਹਿ ਕੇ ਵਾਪਸ ਚਲੇ ਗਏ, ਜਾਂ ਕਹਿ ਲਓ ਪਰਿਵਾਰ ਲੈ ਗਿਆ, ਤੇ ਫਿਰ ਦੁਬਾਰਾ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਏ ਸਨ। 2 ਸਾਲ ਰਹੇ ਤੇ ਮਾਪਿਆਂ ਨੇ ਆਖਿਆ ਅਸੀਂ ਆਪਣੇ ਬੱਚੇ ਨੂੰ ਲੈ ਕੇ ਜਾਣਾ, ਇਹਦਾ ਵਿਆਹ ਕਰਨਾ ਹੈ। 13 ਸਾਲ ਦੀ ਉਮਰ ਸੀ ਜਦੋਂ ਭਾਈ ਸਾਹਿਬ ਜੀ ਗੁਰੂ ਚਰਨਾਂ ਵਿੱਚ ਆਏ ਸਨ, ਤੇ 90 ਸਾਲ ਦੀ ਉਮਰ ਹੈ ਜਦੋਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਭਾਈ ਸਾਹਿਬ ਜੀ ਦੇ 11 ਹੋਰ ਭਰਾ ਸਨ ਆਪ ਜੀ ਦੇ ਸਮੇਤ, ਤੇ ਸਾਰੇ ਸ਼ਹੀਦ ਹੋਏ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। 1644 ਦਾ ਆਪ ਜੀ ਦਾ ਜਨਮ ਹੈ। ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੇ ਸਪੁੱਤਰ ਸ਼ਹੀਦ, ਜਿਨ੍ਹਾਂ ਦੇ ਭਰਾ ਸ਼ਹੀਦ, ਆ ਦਿੱਲੀ ਦੀ ਗੱਲ ਕਰ ਲਈਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗ੍ਰਿਫਤਾਰ ਹੋਏ ਨੇ, ਤੇ ਉਹਨਾਂ ਦੇ ਨਾਲ 3 ਸਿੱਖ ਨੇ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ। ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਆਪਸ ਵਿੱਚ ਭਰਾ ਨੇ। ਇੱਕ ਗੁਰੂ ਦਾ ਦੀਵਾਨ ਹੈ ਤੇ ਦੂਜਾ ਲਿਖਾਰੀ ਹੈ। ਤੇ ਭਾਈ ਦਿਆਲਾ ਜੀ ਉਹ ਭਾਈ ਮਨੀ ਸਿੰਘ ਦੇ ਭਰਾ ਨੇ। ਆਪ ਜੀ ਦੇ ਪਿਤਾ ਨੇ ਭਾਈ ਮਾਈ ਦਾਸ ਜੀ, ਤੇ ਆਪ ਜੀ ਦੇ ਦਾਦਾ ਨੇ ਭਾਈ ਬੱਲੂ ਜੀ। ਕੁੱਲ ਰਿਸ਼ਤੇਦਾਰ ਸਭ ਮਿਲਾ ਕੇ 52 ਸ਼ਹੀਦ ਹੋਏ ਨੇ ਭਾਈ ਮਨੀ ਸਿੰਘ ਦੇ ਪਰਿਵਾਰ ਦੇ। ਬਾਣੀ ਬੜੀ ਪੜ੍ਹਦੇ ਸਨ ਭਾਈ ਸਾਹਿਬ ਜੀ। ਰੱਬ ਨੂੰ ਯਾਦ ਕਰਨਾ, ਬਾਣੀ ਪੜ੍ਹਨੀ, ਐਵੇਂ ਨਹੀਂ ਬੰਦ ਕਟਵਾਇਆ ਜਾਂਦਾ। ਕਿਤੇ ਬਲੇਟ ਹੀ ਵੱਜ ਜੇ ਨਾ, ਤੇ ਬੰਦਾ ਮਹਿਸੂਸ ਕਰਦਾ ਹੈ ਕਿ ਮੇਰੇ ਬਲੇਟ ਵੱਜ ਗਏ। ਸਾਰਿਆਂ ਦੇ ਵੱਜਦੇ ਹੁੰਦੇ ਸੀ, ਸਕੂਲ ਪੜ੍ਹਦੇ ਹੁੰਦੇ ਸੀ ਜਦੋਂ। ਫਿਰ ਬਾਅਦ ਦੇ ਵਿੱਚ ਤਾਂ ਸ਼ੌਪਨਰ ਆ ਗਏ,
ਉਹਦੇ ਵਿੱਚ ਪੈਨਸਲ ਪਾਓ, ਘੁਮਾਓ ਤੇ ਛਿਲਕਾ ਉਤਾਰ ਕੇ ਦਿੰਦਾ ਤੁਹਾਨੂੰ। ਪਰ ਸਾਡੇ ਸਮਿਆਂ ਵਿੱਚ ਬਲੇਟ ਦੇ ਨਾਲ ਪੈਨਸਲ ਜਿਹੜੀ ਉਹ ਘੜਨੀ ਪੈਂਦੀ ਸੀ, ਕਈ ਵਾਰ ਉਂਗਲ 'ਤੇ ਵੱਜ ਜਾਂਦਾ ਸੀ। ਮੈਨੂੰ ਯਾਦ ਹੈ ਕਿ ਮੈਂ ਪੱਠੇ ਵੱਢ ਰਿਹਾ ਸੀ ਤੇ ਮੈਂ ਸੋਚਿਆ ਵੀ ਸਰੋਂ ਦੇ ਬੂਟੇ ਨਾਲ ਦਾਤਰੀ ਅੜ ਗਈ। ਅਸਲ ਵਿੱਚ ਅੜੀ ਮੇਰੇ ਅੰਗੂਠੇ ਨਾਲ ਸੀ। ਮੈਂ ਥੋੜ੍ਹੀ ਜਿਹੀ ਪਿੱਛੇ ਕਰਕੇ ਜ਼ੋਰ ਦੀ ਜਦੋਂ ਖਿੱਚੀ, ਅੱਧਿਓਂ ਜ਼ਿਆਦਾ ਅੰਗੂਠਾ ਵੱਢ ਦਿੱਤਾ ਉਹਨੇ। ਤੇ ਹੁਣ ਜਦੋਂ ਮੈਨੂੰ ਅੰਗੂਠਾ ਵੇਹਣਾ ਤੇ ਮੈਨੂੰ ਉਹ ਯਾਦ ਆਉਂਦਾ ਕਿ ਮੇਰੇ ਦਾਤਰੀ ਵੱਜੀ ਸੀ। ਪਰ ਜਿਹਨੇ ਬੰਦ ਕਟਵਾ ਲਿਆ ਹੋਵੇ, ਕਿੰਨਾ ਸਬਰ ਤੇ ਸੰਤੋਖ ਹੋਵੇਗਾ ਉਸ ਗੁਰੂ ਦੇ ਸਿੱਖ ਵਿੱਚ। ਆਪ ਜੀ ਦਾ ਵਿਆਹ ਆਨੰਦ ਕਾਰਜ ਭਾਈ ਲੱਖੀ ਸ਼ਾਹ ਵਣਜਾਰਾ, ਜਿਨ੍ਹਾਂ ਨੂੰ ਭਾਈ ਲੱਖੀ ਰਾਏ ਵੀ ਕਹਿੰਦੇ ਸਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕੀਤਾ ਗੁਰਦੁਆਰਾ ਰਕਾਬਗੰਜ ਸਾਹਿਬ ਵਾਲੀ ਜਗ੍ਹਾ 'ਤੇ। ਉਹ ਭਾਈ ਲੱਖੀ ਸ਼ਾਹ ਵਣਜਾਰਾ, ਉਹਨਾਂ ਦੀ ਬੇਟੀ ਹੈ ਬੀਬੀ ਸੀਤੋ ਬਾਈ ਜੀ, ਉਹਦੇ ਨਾਲ ਭਾਈ ਮਨੀ ਸਿੰਘ ਦਾ ਵਿਆਹ ਆਨੰਦ ਕਾਰਜ ਹੋਇਆ, ਸ਼ਾਦੀ ਹੋਈ। ਕਿੰਨੀ ਭਾਗਾਂ ਵਾਲੀ ਹੋਏਗੀ ਉਹ ਮਾਂ ਜਿਹਦੇ ਪੁੱਤਰ ਸ਼ਹੀਦ ਹੋਏ ਨੇ, ਜਿਹਦੇ ਦਿਓਰ ਜੇਠ ਸ਼ਹੀਦ ਹੋਏ ਨੇ, ਜਿਹਦਾ ਪਤੀ ਸ਼ਹੀਦ ਹੋਇਆ ਹੈ। ਇਹ ਕਈ ਜਨਮਾਂ ਦੀ ਕਮਾਈ ਹੁੰਦੀ ਹੈ ਗੁਰਮੁਖੋ, ਇੱਕ ਜਨਮ ਦੀ ਨਹੀਂ ਹੁੰਦੀ। ਐਨੀ ਵੱਡੀ ਦਾਤ ਝੋਲੀ ਵਿੱਚ ਪੈਣੀ ਕਈ ਜਨਮਾਂ ਦੀ ਭਗਤੀ ਹੁੰਦੀ ਹੈ। ਫਿਰ ਕਿਤੇ ਜਾ ਕੇ ਗੁਰੂ ਵਾਸਤੇ ਕੁਰਬਾਨ ਹੋਣਾ ਮਿਲਦਾ ਹੈ। ਹਰ ਕੋਈ ਨਹੀਂ ਹੋ ਸਕਦਾ। ਭਾਈ ਮਣੀ ਸਿੰਘ ਜਦੋਂ ਮਾਤਾਵਾਂ ਨੂੰ ਭੇਜਿਆ ਨਾ ਦਿੱਲੀ ਨੂੰ, ਜਦੋਂ ਪਰਿਵਾਰ ਵਿਛੋੜਾ ਹੋਇਆ ਤੇ ਮਾਤਾਵਾਂ ਦੇ ਨਾਲ ਦਿੱਲੀ ਆਏ ਨੇ। ਜਦੋਂ ਫਿਰ ਇੱਥੋਂ ਮਾਤਾਵਾਂ ਦੇ ਨਾਲ ਗਏ ਨੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਦੀਵਾਨ ਸੱਜਿਆ ਹੋਇਆ ਸੀ। ਉੱਥੇ ਜਦੋਂ ਮਾਤਾਵਾਂ ਨੇ ਜਾ ਕੇ ਪੁੱਛਿਆ ਵੀ ਸਾਡੇ ਲਾਲ ਕਿੱਥੇ ਨੇ, ਤੇ ਗੁਰੂ ਸਾਹਿਬ ਨੇ ਆਖਿਆ ਸੀ ਇਹ ਸਾਰੇ ਤੁਹਾਡੇ ਲਾਲ ਨੇ। ਇੱਦਾਂ ਇਸ਼ਾਰਾ ਕੀਤਾ, ਇਹ ਤੁਹਾਡੇ ਲਾਲ ਹੀ ਬੈਠੇ ਨੇ। ਕਹਿੰਦੇ ਸਵਾਮੀ ਜੀ ਦੱਸੋ ਨਾ ਸਾਡੇ ਪੁੱਤਰ ਕਿੱਥੇ ਨੇ। ਤੇ ਗੁਰੂ ਸਾਹਿਬ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਹਜ਼ਾਰਾਂ ਤੁਹਾਡੇ ਪੁੱਤਰ ਹੀ ਹਨ। ਕਿੰਨਾ ਫਖਰ ਮਹਿਸੂਸ ਕੀਤਾ ਹੋਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਖਾਲਸੇ ਵੱਲ ਦੇਖ ਕੇ ਵੀ ਮੇਰੇ ਹਜ਼ਾਰਾਂ ਪੁੱਤਰ ਹਨ। ਜਿਹੜੀ ਚੀਜ਼ ਜ਼ਿਆਦਾ ਪਿਆਰੀ ਹੋਵੇ ਨਾ, ਉਸ ਤੋਂ ਘੱਟ ਪਿਆਰੀ ਚੀਜ਼ ਹੀ ਉਹਦੇ ਉੱਤੋਂ ਦੀ ਵਾਰੀ ਜਾਂਦੀ ਹੈ। ਜਿੱਦਾਂ ਕੋਈ ਵੀ ਇਨਸਾਨ ਹੋਵੇ, ਉਹ ਆਪਣੇ ਪੁੱਤਰ ਤੋਂ ਮਾਇਆ ਨੂੰ ਪਿਆਰੀ ਨਹੀਂ ਸਮਝਦਾ। ਹਿੰਦੁਸਤਾਨ ਵਿੱਚ ਲੋਕ ਤਾਂ ਹੀ ਮਾਇਆ ਵਾਰ ਕੇ ਦੂਜੇ ਨੂੰ ਦਿੰਦੇ ਨੇ ਕਿ ਇਸ ਮਾਇਆ ਤੋਂ ਮੈਨੂੰ ਮੇਰਾ ਪੁੱਤਰ ਪਿਆਰਾ ਹੈ। ਤੇ ਗੁਰੂ ਸਾਹਿਬ ਨੇ ਖਾਲਸੇ ਤੋਂ ਪੁੱਤਰ ਵਾਰ ਕੇ ਆਖਿਆ, ਖਾਲਸਾ ਮੈਨੂੰ ਪੁੱਤਰ ਪਿਆਰੇ ਨਹੀਂ, ਤੂੰ ਮੈਨੂੰ ਪੁੱਤਰਾਂ ਤੋਂ ਵੀ ਪਿਆਰਾ ਹੈ। ਇਸ ਵਾਸਤੇ ਮੈਂ ਤੇਰੇ ਤੋਂ ਆਪਣੇ ਪੁੱਤਰ ਵਾਰਦਾ। ਉਦੋਂ ਭਾਈ ਮਨੀ ਸਿੰਘ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚੇ ਦਿੱਲੀ ਤੋਂ ਚੱਲ ਕੇ। ਤੇ ਭਾਈ ਮਣੀ ਸਿੰਘ ਦੀ ਡਿਊਟੀ ਲੱਗੀ ਲਿਖਣ ਦੀ, ਕਲਮਾ ਸ਼ਾਹੀ ਬਾਬਾ ਦੀਪ ਸਿੰਘ ਜੀ ਨਾਲ ਤਿਆਰ ਕਰਵਾਉਂਦੇ। ਕਾਗਜ਼ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਗਿਆ, ਔਰ ਜਿਹੜਾ ਭਾਈ ਮਣੀ ਸਿੰਘ ਲਿਖਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਵਾਉਂਦੇ ਤੇ ਉਹਦਾ ਉਤਾਰਾ ਬਾਬਾ ਦੀਪ ਸਿੰਘ ਜੀ ਕਰਦੇ। ਗੁਰੂ ਸਾਹਿਬ ਜੀ ਤੋਂ ਬਾਅਦ ਭਾਈ ਮਨੀ ਸਿੰਘ ਜੀ ਮਾਤਾਵਾਂ ਦੇ ਨਾਲ ਰਹੇ, ਉਹਨਾਂ ਦੇ ਹੁਕਮ ਵਿੱਚ ਰਹੇ
ਜਦੋਂ ਹਰਿਮੰਦਰ ਸਾਹਿਬ ਸੇਵਾ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਝਗੜਾ ਖੜਾ ਹੋ ਗਿਆ, ਉਦੋਂ ਵੀ ਮਾਤਾ ਸੁੰਦਰ ਕੌਰ ਜੀ ਨੇ ਭਾਈ ਮਨੀ ਸਿੰਘ ਨੂੰ ਭੇਜਿਆ ਸੀ ਵੀ ਜਾਓ ਝਗੜਾ ਨਿਬੇੜੋ। ਔਰ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਦੀ ਸੇਵਾ ਭਾਈ ਮਨੀ ਸਿੰਘ ਨੂੰ ਪ੍ਰਾਪਤ ਹੋਈ। ਆਪ ਜੀ ਨੇ ਬੜੀ ਸੂਝ-ਬੂਝ ਦੇ ਨਾਲ ਉਦੋਂ ਹੋ ਰਹੇ ਝਗੜੇ ਨੂੰ ਨਿਬੇੜਿਆ ਔਰ ਸੁਲ੍ਹਾ ਕਰਵਾਈ ਸਿੱਖਾਂ ਦੇ ਵਿੱਚ। ਇੱਕ ਸਮਾਂ ਆਇਆ, ਭਾਈ ਮਨੀ ਸਿੰਘ ਦੇ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਇੱਥੇ ਦੀਵਾਲੀ ਦੇ ਉੱਤੇ ਮੇਲਾ ਕਰਵਾਇਆ ਜਾਵੇ, ਸੰਗਤਾਂ ਇਕੱਠੀਆਂ ਹੋਣਗੀਆਂ, ਲਾਹਾ ਪ੍ਰਾਪਤ ਹੋਏਗਾ। 5000 ਰੁਪਇਆ ਲਾਹੌਰ ਦਰਬਾਰ ਨੂੰ ਦੇਣਾ ਪ੍ਰਵਾਨ ਕਰ ਲਿਆ। ਜਦੋਂ ਸੰਗਤਾਂ ਨੇ ਆਉਣਾ ਸੀ ਤੇ ਉਧਰ ਫੌਜ ਦੇ ਪਹਿਰੇ ਲਗਵਾ ਦਿੱਤੇ ਗਏ। ਭਾਈ ਮਨੀ ਸਿੰਘ ਨੇ ਫਿਰ ਹੁਕਮਨਾਮੇ ਭੇਜੇ, ਲਿਖ ਕੇ ਸੰਦੇਸ਼ੇ ਭੇਜੇ ਵੀ ਸੰਗਤ ਨਾ ਆਵੇ, ਮੈਨੂੰ ਸਰਕਾਰ ਦੀ ਨੀਤ ਵਿੱਚ ਖੋਟ ਲੱਗਦੀ ਹੈ। ਹੁਣ ਜਦੋਂ ਸੰਗਤ ਨਹੀਂ ਆਈ, ਚੜਾਵਾ ਨਹੀਂ ਚੜਿਆ, ਉਧਰੋਂ ਉਹਨਾਂ ਆਖਿਆ ਵੀ ਪੈਸੇ ਦਿਓ। ਭਾਈ ਸਾਹਿਬ ਕਹਿਣ ਲੱਗੇ ਵੀ ਕਾਹਦੇ ਪੈਸੇ ਦਈਏ, ਮੇਲਾ ਤੇ ਹੋਇਆ ਨਹੀਂ। ਉਹ ਕਹਿਣ ਲੱਗੇ ਜਾਂ ਤੇ ਪੈਸੇ ਦਿਓ ਤੇ ਜਾਂ ਫਿਰ ਤੁਹਾਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇਗੀ। ਉਹ ਕਹਿਣ ਲੱਗੇ ਗੁਰੂ ਦੀ ਗੋਲਕ ਵਿੱਚੋਂ ਐਵੇਂ ਮੈਂ ਕਿੱਦਾਂ ਪੈਸੇ ਦੇ ਸਕਦਾ ਜਦੋਂ ਤੁਸੀਂ ਆਪਣੇ ਵਾਅਦੇ ਉੱਤੇ ਪੂਰੇ ਨਹੀਂ ਉਤਰੇ। ਅਖੀਰ ਜਦੋਂ ਬੇਈਮਾਨ ਹੋ ਜਾਏ ਕੋਈ, ਉਹ ਕਈ ਬਹਾਨੇ ਬਣਾ ਲੈਂਦਾ ਹੈ। ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਨਖਾਸ ਚੌਂਕ ਦੇ ਵਿੱਚ ਬੰਦ ਕੱਟ ਕੇ ਸ਼ਹੀਦ ਕਰਨ ਦਾ ਜਦੋਂ ਇਹ ਗੱਲ ਹੋਈ ਵੀ ਬੰਦ ਕੱਟ ਕੇ ਸ਼ਹੀਦ ਕੀਤਾ ਜਾਵੇ, ਉਸ ਵੇਲੇ ਨਖਾਸ ਚੌਂਕ ਦੇ ਵਿੱਚ ਭਾਈ ਮਨੀ ਸਿੰਘ ਨੂੰ ਲਿਜਾਇਆ ਗਿਆ, ਜਿੱਥੇ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ। ਜਿਹੜਾ ਜਲਾਦ ਸੀ, ਗੁੱਟ ਤੋਂ ਭਾਈ ਸਾਹਿਬ ਜੀ ਦਾ ਗੁੱਟ ਵੱਢਣ ਲੱਗਾ ਸੀ। ਭਾਈ ਮਨੀ ਸਿੰਘ ਨੇ ਆਖਿਆ ਰੁਕ ਜਾ, ਤੇ ਜਲਾਦ ਕਹਿੰਦਾ ਡਰ ਗਿਆ। ਉਹ ਕਹਿੰਦਾ ਡਰਿਆ ਨਹੀਂ, ਤੈਨੂੰ ਤੇਰੇ ਮਾਲਕ ਦਾ ਕੀ ਹੁਕਮ ਹੈ ਵੀ ਬੰਦ ਕੱਟ ਕੇ ਸ਼ਹੀਦ ਕਰਨੇ? ਤੇ ਮਿੱਤਰਾ, ਪਹਿਲਾ ਬੰਦ ਮੇਰਾ ਉਂਗਲ ਦੇ ਪਹਿਲੇ ਪੋਟੇ ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ 3 ਵਾਰ ਮੇਰੀ ਉਂਗਲਾਂ ਤੇ ਕਰ ਤੇ ਚੌਥਾ ਵਾਰ ਮੇਰੇ ਗੁੱਟ ਤੇ ਕਰ, ਜਿੱਥੋਂ ਤੂੰ ਵੱਢਣ ਲੱਗਾ ਹੈ। ਤੂੰ ਆਪਣਾ ਕੰਮ ਕਰ ਤੇ ਮੈਂ ਮਾਲਕ ਨਾਲ ਜੁੜ ਕੇ ਆਪਣਾ ਕੰਮ ਕਰਦਾ ਹਾਂ। ਜਲਾਦ ਨੇ ਬੰਦ ਕੱਟ ਕੇ ਭਾਈ ਸਾਹਿਬ ਜੀ ਨੂੰ ਸ਼ਹੀਦ ਕੀਤਾ। ਉਹ ਯੋਧਾ ਬੰਦ ਤੇ ਕਟਵਾ ਗਿਆ, ਜ਼ੁਲਮ ਦਾ ਟਾਕਰਾ ਕਰਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ, ਪਰ ਉਹਨੇ ਜ਼ਾਲਮ ਦੀ ਈਣ ਨਹੀਂ ਮੰਨੀ। ਕਈ ਪੋਥੀਆਂ ਗੁਟਕੇ ਸਾਹਿਬ ਭਾਈ ਸਾਹਿਬ ਜੀ ਨੇ ਲਿਖੇ ਔਰ ਸ਼ਹਾਦਤ ਦਾ ਜਾਮ ਪੀ ਕੇ ਦੱਸ ਗਿਆ ਕਿ ਜਿਹੜਾ ਗੁਰੂ ਦਾ ਸਿੱਖ ਗੁਰੂ ਦੇ ਭਾਣੇ ਵਿੱਚ ਰਹਿਣ ਵਾਲਾ ਹੋਵੇ ਨਾ, ਉਹਨੂੰ ਜ਼ਾਲਮ ਜਿਹੜਾ ਵਾ ਉਹ ਡੁਲਾ ਨਹੀਂ ਸਕਦਾ, ਉਹਨੂੰ ਹਰਾ ਨਹੀਂ ਸਕਦਾ। ਜਿੱਤ ਉਸ ਗੁਰੂ ਦੇ ਸਿੱਖ ਦੀ ਹੀ ਹੁੰਦੀ ਹੈ। ਅੱਜ ਵੀ ਉਸ ਸਥਾਨ ਦੇ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਨੇ। ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ ਹੈ। ਰਹਿੰਦੀਆਂ ਪੰਕਤੀਆਂ ਦੇ ਸੰਖੇਪ ਅਰਥ ਕਰੀਏ। ਜਿਉਂ ਤੂੰ ਰਾਖੈਂ ਤਿਉਂ ਰਹਾਂ, ਤੇਰਾ ਦਿੱਤਾ ਪੈਨਾ ਖਾऊं। ਹੇ ਰੱਬ ਜੀ, ਜਿੱਦਾਂ ਤੂੰ ਮੈਨੂੰ ਰੱਖੇ ਮੈਂ ਉੱਦਾਂ ਹੀ ਰਹਿਣ ਲਈ ਤਿਆਰ ਹਾਂ। ਮੈਂ ਤੇਰਾ ਦਿੱਤਾ ਹੋਇਆ ਖੁਰਾਕ ਤੇ ਪੋਸ਼ਾਕ ਦੀ ਗੱਲ ਕੀਤੀ।
ਜਿਸ ਹਾਲ ਵਿੱਚ ਤੂੰ ਮੈਨੂੰ ਰੱਖੇ ਨਾ, ਮੈਂ ਰਾਜੀ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਖੁਸ਼ੀ ਨਾਲ ਮੈਂ ਉਸ ਹਾਲ ਵਿੱਚ ਰਹਿੰਦਾ ਵਾਂ, ਤੇ ਮੈਂ ਤੇਰਾ ਦਿੱਤਾ ਖਾਂਦਾ ਵਾਂ, ਤੇਰਾ ਦਿੱਤਾ ਮੈਂ ਪਹਿਨਦਾ ਹਾਂ। ਭਾਵ ਗੁਰੂ ਸਾਹਿਬ ਨੇ ਆਖਿਆ, ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤਿਸ ਠਾਕਰ ਕੋ ਰੱਖ ਮਨ ਮਾਈ। ਇੱਥੇ ਮਨ ਵਿੱਚ ਰੱਖਿਆ ਜਾ ਰਿਹਾ, ਯਾਦ ਕੀਤਾ ਜਾ ਰਿਹਾ ਰੱਬ ਨੂੰ। ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇਂ, ਤਿਸ ਕੋ ਸਿਮਰਤ ਪਰਮਗਤ ਪਾਵੇਂ। ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਉ। ਆਖਿਆ ਮੇਰੇ ਪਾਸੋਂ ਉਹੀ ਉਦਮ ਕਰਾ, ਜਿਹਦੀ ਬਰਕਤ ਨਾਲ ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਉਂਦਾ ਰਵਾਂ। ਦੂਜੀ ਜਾਏ ਨਾ ਸੁਝਾਈ, ਕਿੱਥੇ ਕੂਕਨ ਜਾਉ। ਕਹਿੰਦੇ ਤੇਰੇ ਤੋਂ ਬਿਨਾ ਮੈਨੂੰ ਹੋਰ ਕੋਈ ਜਗ੍ਹਾ ਦਿਸਦੀ ਨਹੀਂ ਹੈ, ਹੋਰ ਕੋਈ ਥਾਂ ਨਹੀਂ ਸੁੱਝਦੀ। ਤੇਰੇ ਤੋਂ ਬਿਨਾ ਮੈਂ ਕਿਸ ਦੇ ਅੱਗੇ ਜਾ ਕੇ ਫਰਿਆਦ ਕਰਾਂ। ਅਗਿਆਨ ਬਨਾਸਨ ਤਮ ਹਰਨ, ਉੱਚੇ ਅਗਮ ਅਮਾਉ। ਅਗਿਆਨਤਾ ਦਾ ਨਾਸ਼ ਕਰਨ ਵਾਲੇ ਹਰੀ, ਮੋਹ ਦਾ ਹਨੇਰਾ ਦੂਰ ਕਰਨ ਵਾਲੇ, ਇਹ ਸਭ ਤੋਂ ਉੱਚੇ, ਹੇ ਆਪਹੁੰਚ ਹਰੀ, ਹੇ ਅਮਿਤ ਹਰੀ। ਮਨ ਵਿਛੜਿਆ ਹਰ ਮੇਲੀਐ, ਨਾਨਕ ਏਉ ਸਵਾਉ। ਸਵਾਉ ਕਹਿੰਦੇ ਨੇ ਸਵਾਰਥ ਨੂੰ, ਮਨੋਰਥ ਜਿਹਨੂੰ ਆਪਾਂ ਕਹਿੰਦੇ। ਕਹਿੰਦੇ ਨਾਨਕ ਦਾ ਮਨੋਰਥ ਹੈ ਕਿ ਨਾਨਕ ਦੇ ਵਿਛੜੇ ਹੋਏ ਮਨ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈ, ਜੋੜ ਲੈ। ਮੇਰਾ ਮਨ ਭਟਕੇ ਨਾ। ਸਰਬ ਕਲਿਆਣ ਤਿਤ ਦਿਨ, ਹਰ ਪਰਸੀ ਗੁਰ ਕੇ ਪਾਉ। ਕਹਿੰਦੇ ਮੈਨੂੰ ਨਾਨਕ ਨੂੰ ਉਸ ਦਿਨ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ, ਜਦੋਂ ਮੈਂ ਗੁਰੂ ਦੇ ਚਰਨਾਂ ਵਿੱਚ ਜੁੜਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਪਾਵਨ ਦਰ ਦੀ ਹਾਜ਼ਰੀ ਭਰਨ ਦਾ ਬਲ ਬਖਸ਼ਿਸ਼ ਕਰਨ। ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਆਓ ਭੁੱਲਾਂ ਨਾ ਚਿਤਾਰਦੇ ਹੋਏ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।